ਕੁਛ ਨਾਵਲ ਮੈਂ ਪਹਿਲੇ ਕੀਤੇ ਸੀਗੇ, ਪਰ ਮੈਂ ਪੂਰੇ ਦਾ ਪੂਰਾ ਨਾਵਲ ਕਿਸੇ ਇੱਕ ਵੀਡੀਓ 'ਚ ਪਾਇਆ ਹੋਇਆ ਹੈ, ਜਿਹਦੇ ਬਾਰੇ ਮੈਨੂੰ ਜਿਹੜੇ ਸੁਣਨ ਵਾਲੇ ਉਹ ਕਹਿ ਰਹੇ ਹੈ ਕਿ ਸਾਨੂੰ ਬਹੁਤ ਮੁਸ਼ਕਿਲ ਹੋ ਰਿਹਾ 2.5-3 ਘੰਟੇ ਦਾ ਜਾਂ 2 ਘੰਟੇ ਦਾ ਕੋਈ ਵੀ ਨਾਵਲ। ਅਤੇ ਨਾਵਲ ਉਹ ਇੰਨੇ ਸੋਹਣੇ ਹੈ ਕਿ ਉਹ ਜ਼ਰੂਰ ਸੁਣਨਾ ਚਾਹੁੰਦੇ ਹੈ, ਅਤੇ ਮੈਂ ਹੁਣ ਇਹਨਾਂ ਨੂੰ ਛੋਟੇ ਛੋਟੇ ਕਰਕੇ ਦੁਬਾਰਾ ਤੋਂ ਪੜ੍ਹ ਕੇ ਪਾ ਰਹੀ ਹਾਂ। ਠੀਕ ਹੈ, ਪਿੰਜਰ ਨਾਵਲ ਹੈ ਅੰਮ੍ਰਿਤਾ ਪ੍ਰੀਤਮ ਦਾ, ਇਹ ਮੈਂ ਦੁਬਾਰਾ ਤੋਂ ਪਾ ਰਹੀ ਹਾਂ। ਅੰਗ ਪਹਿਲਾ 1935 ਵਿੱਚ। ਸਲੇਟੀ ਰੰਗਾ ਦਿਨ ਸੀ। ਬੋਰੀ ਦੇ ਇੱਕ ਟੋਟੇ ਨੂੰ ਪੈਰਾਂ ਹੇਠ ਲੈ ਕੇ ਪੂਰੋ ਮਟਰ ਕੱਢਦੀ ਪਈ ਸੀ। ਉਂਗਲਾਂ 'ਚ ਨੱਪੇ ਹੋਏ ਮਟਰ ਦਾ ਮੂੰਹ ਖੋਲ੍ਹ ਕੇ ਜਦ ਉਹਨੇ ਦਾਣਿਆਂ ਨੂੰ ਮੁੱਠ 'ਚ ਸਰਕਾਉਣਾ ਚਾਹਿਆ, ਇੱਕ ਚਿੱਟੀ ਸੁੰਡੀ ਉਹਦੇ ਅੰਗੂਠੇ ਨਾਲ ਲੱਗ ਗਈ। ਜਿਵੇਂ ਕਿਸੇ ਦਾ ਪੈਰ ਚਿੱਕੜ ਨਾਲ ਭਰੇ ਭਰਾਤੇ ਟੋਏ 'ਚ ਜਾ ਪਵੇ, ਪੂਰੋ ਨੂੰ ਇੱਕ ਕਰੀਚ ਆਈ। ਹੱਥ ਨੂੰ ਛੰਡ ਕੇ ਉਹਨੇ ਸੁੰਡੀ ਨੂੰ ਪਰੇ ਸੁੱਟ ਦਿੱਤਾ ਅਤੇ ਆਪਣੇ ਦੋਹਾਂ ਹੱਥਾਂ ਨੂੰ ਆਪਣੇ ਦੋਹਾਂ ਗੋਡਿਆਂ 'ਚ ਘੁੱਟ ਲਿਆ। ਭਰੇ ਹੋਏ ਮਟਰ, ਕੱਢੇ ਹੋਏ ਦਾਣੇ ਅਤੇ ਖਾਲੀ ਛਿੱਲਾਂ ਪੂਰੋ ਦੇ ਮੂੰਹ ਅੱਗੇ ਖਿਲਰੀਆਂ ਰਹੀਆਂ। ਜੋੜੇ ਹੋਏ ਗੋਡਿਆਂ 'ਚੋਂ ਹੱਥ ਕੱਢ ਕੇ ਉਹਨੇ ਆਪਣੇ ਕਲੇਜੇ ਨੂੰ ਨੱਪ ਲਿਆ। ਪੂਰੋ ਨੂੰ ਲੱਗਿਆ ਸਿਰ ਤੋਂ ਲੈ ਕੇ ਪੈਰਾਂ ਤੀਕਣ ਉਹਦਾ ਪਿੰਡਾ ਮਟਰਾਂ ਦੀ ਉਸ ਫਲੀ ਵਾਂਗਣ ਸੀ, ਜਿਹਦੇ ਅੰਦਰ ਮਟਰਾਂ ਦੇ ਸੁੱਚੇ ਦਾਣਿਆਂ ਦੀ ਥਾਂ ਇੱਕ ਗਲੀਜ਼ ਸੁੰਡੀ ਪਲਦੀ ਪਈ ਸੀ। ਪੂਰੋ ਨੂੰ ਆਪਣੇ ਸਾਰੇ ਅੰਗਾਂ ਨਾਲ ਕਰਹਿਤ ਆ ਗਈ। ਉਹਦਾ ਜੀਅ ਕੀਤਾ ਆਪਣੇ ਪੇਟ ਵਿੱਚ ਪਲਦੀ ਪਈ ਸੁੰਡੀ ਨੂੰ ਉਹ ਛੰਡ ਸੁੱਟੇ, ਆਪਣੇ ਪਿੰਡੇ ਨਾਲੋਂ ਝਾੜ ਦੇਵੇ, ਇਸ ਤਰ੍ਹਾਂ ਜਿਵੇਂ ਕੋਈ ਨਵਾਂ ਚੜਾ ਕੇ ਚੁਭੇ ਹੋਏ ਕੰਡੇ ਨੂੰ ਕੱਢ ਦਿੰਦਾ, ਜਿਸ ਤਰ੍ਹਾਂ ਕੋਈ ਚੰਬੜੇ ਹੋਏ ਪਖੜੇ ਨੂੰ ਲਾਹ ਸੁੱਟਦਾ, ਜਿਸ ਤਰ੍ਹਾਂ ਕੋਈ ਚਮੁੱਟੇ ਹੋਏ ਚਿੱਚੜ ਨੂੰ ਤਰੋੜ ਦਿੰਦਾ, ਜਿਸ ਤਰ੍ਹਾਂ ਕੋਈ ਲੱਗੀ ਹੋਈ ਜੋਕ ਨੂੰ ਧਰੂ ਸੁੱਟਦਾ। ਪੂਰੋ ਸਾਹਮਣੀ ਕੰਧ ਵੱਲ ਤੱਕਣ ਲੱਗ ਪਈ। ਬੀਤੇ ਹੋਏ ਦਿਨ ਇੱਕ ਇੱਕ ਕਰਕੇ ਉੱਥੋਂ ਲੰਘਦੇ ਪਏ ਸਨ। ਪੂਰੋ ਗੁਜਰਾਤ ਦੇ ਜ਼ਿਲ੍ਹੇ 'ਚ ਛੱਤਵਾਣੀ ਪਿੰਡ ਦੇ ਸ਼ਾਹਾਂ ਦੀ ਧੀ ਸੀ। ਸ਼ਾਹ ਜਿਹੜੇ ਚਿਰ ਹੋਇਆ ਸ਼ਾਹ ਨਹੀਂ ਸਨ ਰਹੇ, ਪਰ ਫੇਰ ਵੀ ਸ਼ਾਹ ਖਵਾਉਂਦੇ ਰਹੇ ਸਨ। ਦਿਨਾਂ ਦੇ ਫੇਰ ਨਾਲ ਸ਼ਾਹਾਂ ਦੇ ਉਸ ਘਰ ਦਾ ਇਹ ਹਾਲ ਹੋ ਗਿਆ ਸੀ ਕਿ ਉਹਨਾਂ ਦੇ ਦੇਗ ਬਰਿਆਂ ਅਤੇ ਵਲਟੋਇਆਂ ਵਰਗੇ ਵੱਡੇ ਵੱਡੇ ਭਾਂਡੇ ਵੀ ਵਿਕ ਗਏ ਸਨ। ਉਹ ਭਾਂਡੇ ਜਿਨ੍ਹਾਂ ਉੱਤੇ ਉਹਨਾਂ ਦੇ ਵੱਡੇ ਵਡੇਰਿਆਂ ਦੇ ਨਾਂ ਖੁਦੇ ਹੋਏ ਸਨ। ਜਿਉਂਦੀ ਜਾਗਦੀ ਇਸ ਨਮੋਸ਼ੀ ਤੋਂ ਬਚ ਕੇ ਪੂਰੋ ਦਾ ਪਿਓ ਅਤੇ ਚਾਚਾ ਆਪਣਾ ਪਿੰਡ ਛੱਡ ਕੇ ਸਿਆਮ ਤੁਰ ਗਏ ਸਨ। ਉੱਥੇ ਉਹਨਾਂ ਦੇ ਦਿਨ ਝੱਪਦੇ ਹੀ ਪਰਤ ਪਏ। ਪੂਰੋ ਉਦੋਂ ਭੱਜੀ ਫਿਰਦੀ ਸੀ ਅਤੇ ਉਹਦੀ ਮਾਂ ਦੇ ਕੁੱਛੜ ਇੱਕ ਮੁੰਡਾ ਸੀ। ਉੱਜੜੇ ਹੋਏ ਸ਼ਾਹਾਂ ਦਾ ਟੱਬਰ ਫੇਰ ਆਪਣੇ ਪਿੰਡ ਛੱਤਵਾਣੀ ਆਇਆ। ਪੂਰੋ ਦੇ ਪਿਓ ਨੇ ਆਪਣਾ ਗਹਿਣੇ ਪਿਆ ਹੋਇਆ ਕੋਠਾ ਛੁਡਵਾਇਆ ਅਤੇ ਆਪਣੇ ਵਡੱਕਿਆਂ ਦੇ ਨਾਂ ਦੀ ਲਾਜ ਰੱਖੀ। ਭਾਵੇਂ ਉਹਦੇ ਪਿਓ ਨੂੰ ਇੱਕ ਨਵਾਂ ਕੋਠਾ ਉਸਾਰਨ ਲਈ ਵੀ ਇਹ ਤੋਂ ਘੱਟ ਪੈਸੇ ਖਰਚਣੇ ਪੈਂਦੇ, ਪਰ ਉਹਨੇ ਅੰਨ੍ਹੇਵਾਹ ਲੱਗੀ ਹੋਈ ਵਿਆਜ ਦਾ ਵੀ ਕਿਆਸ ਨਾ ਕੀਤਾ ਅਤੇ ਇੱਕ ਵਾਰੀ ਦੰਦਾਂ ਹੇਠ ਜੀਭ ਧਰ ਕੇ ਆਪਣੇ ਵੱਡਿਆਂ ਦੀ ਰੱਖ ਵਖਾਈ। ਦਾਣੇ ਪੱਠੇ ਅਤੇ ਹੋਰ ਨਿੱਕ ਸੁੱਕ ਸਾਂਭ ਸਿਕਰ ਕੇ ਉਹ ਫਿਰ ਸਿਆਮ ਤੁਰ ਗਏ, ਪਰ ਹੁਣ ਉਹਨਾਂ ਦਾ ਕੋਠਾ, ਉਹਨਾਂ ਦਾ ਨਾਂ ਪਿੱਛੇ ਪਿੰਡ 'ਚ ਵਸਦਾ ਰਿਹਾ। ਉਹ ਤੋਂ ਅਗਲੀ ਵਾਰ ਜਦੋਂ ਆਪਣੇ ਪਿੰਡ ਪਰਤੇ, ਉਦੋਂ ਪੂਰੋ ਪੂਰਿਆਂ 14 ਵਰ੍ਹਿਆਂ ਦੀ ਸੀ। ਉਹ ਤੋਂ ਛੋਟੋ ਦਾ ਇੱਕ ਭਰਾ ਸੀ। ਉਹ ਤੋਂ ਛੋਟੀਆਂ ਉਹਦੀਆਂ ਉੱਤੋਂ ਡਿੱਤੀ 3 ਭੈਣਾਂ ਸਨ ਅਤੇ ਐਤਕੀ ਉਹਦੀ ਮਾਂ ਨੂੰ 6ਵੀਂ ਵਾਰ ਕਿਸੇ ਬੱਚੇ ਦੀ ਉਮੀਦ ਸੀ। ਸ਼ਾਹਾਂ ਦੇ ਉਸ ਟੱਬਰ ਨੇ ਪਿੰਡ ਆ ਕੇ ਪਹਿਲਾ ਕੰਮ ਇਹ ਕੀਤਾ ਕਿ ਨਾਲ ਦੇ ਪਿੰਡ ਰੱਤੋਵਾਲ ਇੱਕ ਚੰਗੇ ਸਰਦੇ ਪੁੱਜਦੇ ਘਰ 'ਚ ਪੂਰੋ ਵਾਸਤੇ ਮੁੰਡਾ ਤੱਕਿਆ। ਉਹਦੀ ਮਾਂ ਸੋਚਦੀ ਸੀ ਵੀ ਜਦੋਂ ਨਹਾ ਧੋ ਕੇ ਉੱਠੇਗੀ, ਬੜੀਆਂ ਰੀਝਾਂ ਨਾਲ ਉਹ ਧੀ ਦਾ ਕਾਜ ਅਰੰਭੇਗੀ। ਐਤਕੀ ਉਹ ਪੱਕਾ ਸੋਚ ਕੇ ਆਏ ਸਨ ਵੀ ਇਹ ਭਾਰਾ ਉਹ ਜ਼ਰੂਰ ਲਾ ਕੇ ਆਉਣਗੇ। ਪੂਰੋ ਦੇ ਹੋਣ ਵਾਲੇ ਸਹੁਰਿਆਂ ਦੇ ਘਰ ਉਹਨਾਂ 'ਚ 3 ਲਵੇਰੇ ਸਨ ਅਤੇ ਪਿੰਡ 'ਚ ਉਹਨਾਂ ਦਾ ਪਹਿਲਾ ਮਕਾਨ ਸੀ, ਜਿਹਦੇ ਉੱਤੇ ਪੱਕੀਆਂ ਇੱਟਾਂ ਦੀ ਮਮਟੀ ਪਈ ਹੋਈ ਸੀ। ਘਰ ਦੇ ਮੱਥੇ ਉੱਤੇ ਉਹਨਾਂ ਨੇ ਓਮ ਲਿਖਵਾਇਆ ਹੋਇਆ ਸੀ। ਮੁੰਡਾ ਸ਼ਕਲੋਂ ਸੁਨੱਖਾ ਅਤੇ ਅਕਲੋਂ ਹੋਣਹਾਰ ਦਿਸਦਾ ਸੀ। ਪੂਰੋ ਦੇ ਪਿਓ ਨੇ ਪੂਰੇ 5 ਰੁਪਈਏ ਅਤੇ ਗੁੜ ਦੀ ਰੋੜੀ ਦੇ ਕੇ ਮੁੰਡਾ ਰੋਕ ਲਿਆ ਸੀ। ਉਹਨਾਂ ਦਿਨਾਂ 'ਚ ਗੁਜਰਾਤ ਦੇ ਜ਼ਿਲ੍ਹੇ 'ਚ ਦੁਵੱਟੀ ਰਿਸ਼ਤੇ ਹੁੰਦੇ ਸਨ। ਜਿਸ ਮੁੰਡੇ ਨਾਲ ਪੂਰੋ ਦੀ ਮੰਗਣੀ ਹੋਈ, ਉਹਦੇ ਬਦਲੇ 'ਚ ਉਸ ਮੁੰਡੇ ਦੀ ਭੈਣ ਪੂਰੋ ਦੇ ਭਰਾ ਨਾਲ ਮੰਗੀ ਗਈ। ਭਾਵੇਂ ਪੂਰੋ ਦਾ ਭਰਾ ਉਦੋਂ ਮਸਾਂ 12 ਵਰ੍ਹਿਆਂ ਦਾ ਸੀ ਅਤੇ ਉਹਦੀ ਮੰਗੇਤਰ ਅਸਲੋਂ ਨਿੱਕੀ। 2 ਵਰ੍ਹਿਆਂ ਪਿੱਛੋਂ ਉੱਤੋਂ ਥੱਲੇ 3 ਧੀਆਂ ਜੰਮ ਕੇ ਪੂਰੋ ਦੀ ਮਾਂ ਥੱਕ ਲੱਥੀ ਸੀ ਅਤੇ ਹੁਣ ਜਦ ਉਹਨਾਂ ਦੇ ਦਿਨ ਪਰਤ ਪਏ ਸਨ, ਘਰ 'ਚ ਰਜਵਾਂ ਖਾਣ ਨੂੰ ਸੀ, ਲੋੜੀਂਦਾ ਹੰਢਾਣ ਨੂੰ ਸੀ, ਉਹਦਾ ਜੀਅ ਕਰਦਾ ਸੀ ਉਹਦੇ ਘਰ ਫੇਰ ਇੱਕ ਪੁੱਤਰ ਜੰਮੇ। ਐਤਕੀ ਮਾਂ ਨੇ ਪਿੰਡ ਆ ਕੇ ਦੂਜਾ ਕੰਮ ਇਹ ਕੀਤਾ ਕਿ ਬਿਧ ਮਾਤਾ ਦੀ ਪੂਜਾ ਕਰਵਾਈ। ਪਿੰਡ ਦੀਆਂ ਕੁਝ ਜਨਾਨੀਆਂ ਨੇ ਪੂਰੋ ਹੋਰਾਂ ਦੇ ਵਿਹੜੇ 'ਚ
ਗੋਬਰ ਦੀ ਇੱਕ ਗੁੱਡੀ ਬਣਾਈ, ਸੂਹੀ ਚੁੰਨੀ ਨੂੰ ਕਿਨਾਰੀ ਲਾ ਕੇ ਉਸ ਗੁੱਡੀ ਦੇ ਸਿਰ ਉੱਤੇ ਦਿੱਤਾ। 2 ਮਾਸੇ ਸੋਨੇ ਦੀ ਨਿੱਕੀ ਜਿਹੀ ਨੱਥ ਬਣਵਾ ਕੇ ਗੁੱਡੀ ਦੇ ਨੱਕ 'ਚ ਪਾਈ। ਸਾਰੀਆਂ ਨੇ ਗਾਵਿਆਂ, ਬਿੱਧ ਮਾਤਾ ਰੁੱਸੀ ਆਵੀਂ ਤੇ ਮੰਨੀ ਜਾਵੀਂ, ਬਿੱਧ ਮਾਤਾ ਰੁੱਸੀ ਆਵੀਂ ਮੰਨੀ ਜਾਵੀਂ। ਉਹਨਾਂ ਦੇ ਤੇ ਉਹਨਾਂ ਦੇ ਲਾਗੇ ਚਾਗੇ ਦੇ ਪਿੰਡਾਂ 'ਚ ਜਨਾਨੀਆਂ ਨੂੰ ਯਕੀਨ ਸੀ ਕਿ ਹਰ ਬੱਚੇ ਦੀ ਆਮਦ ਵੇਲੇ ਬਿੱਧ ਮਾਤਾ ਆਪ ਆਉਂਦੀ ਹੈ। ਜੇ ਤਾਂ ਬਿੱਧ ਮਾਤਾ ਆਪਣੇ ਪਤੀ ਨਾਲ ਹੱਸਦੀ ਖੇਡਦੀ ਆਉਂਦੀ ਹੈ ਤਾਂ ਆ ਕੇ ਝਟਪਟ ਕੁੜੀ ਬਣਾ ਕੇ ਤੁਰ ਜਾਂਦੀ ਹੈ, ਕਿਉਂਕਿ ਉਹਨੂੰ ਆਪਣੇ ਪਤੀ ਕੋਲ ਜਾਣ ਦੀ ਕਾਹਲ ਹੁੰਦੀ ਹੈ। ਪਰ ਜਦ ਬਿੱਧ ਮਾਤਾ ਆਪਣੇ ਪਤੀ ਨਾਲ ਗੁੱਸੇ ਰਾਜੀ ਹੋ ਕੇ ਆਉਂਦੀ ਹੈ ਤਾਂ ਉਹਨੂੰ ਵਾਪਸ ਜਾਣ ਦੀ ਬਹੁਤੀ ਕਾਹਲ ਤਾਂ ਹੁੰਦੀ ਨਹੀਂ। ਆ ਕੇ ਚੋਖਾ ਚਿਰ ਬਹਿੰਦੀ ਹੈ ਤੇ ਆਰਾਮ ਨਾਲ ਮੁੰਡਾ ਬਣਾਉਂਦੀ ਹੈ। ਸੋ ਜਨਾਨੀਆਂ ਨੇ ਫੇਰ ਗਾਣਾ ਸ਼ੁਰੂ ਕੀਤਾ, ਬਿੱਧ ਮਾਤਾ ਰੁੱਸੀ ਆਵੀਂ ਮੰਨੀ ਜਾਵੀਂ, ਬਿੱਧ ਮਾਤਾ ਰੁੱਸੀ ਆਵੀਂ ਮੰਨੀ ਜਾਵੀਂ। ਬਿੱਧ ਮਾਤਾ ਖੌਰੇ ਕਿਤੇ ਨੇੜੇ ਹੀ ਸੁਣਦੀ ਪਈ ਸੀ। ਉਹਨੇ ਉਹਨਾਂ ਦਾ ਆਖਾ ਮੰਨ ਲਿਆ। 15-16 ਦਿਨੀ ਪੂਰੋ ਦੀ ਮਾਂ ਨੂੰ ਜਾਤਕ ਹੋ ਪਿਆ। ਸ਼ਾਹਾਂ ਦੇ ਦੂਰੋਂ ਨੇੜਿਓਂ ਤੇ ਪਾਰੋਂ ਪਰਾਰੋਂ ਲੱਗਦਿਆਂ ਰਿਸ਼ਤੇਦਾਰਾਂ ਨੂੰ ਵੀ ਵਧਾਈਆਂ ਮਿਲਣ ਲੱਗੀਆਂ। ਫਿਕਰ ਵਾਲੀ ਸਿਰਫ ਇੱਕ ਗੱਲ ਸੀ ਕਿ ਮੁੰਡਾ ਤ੍ਰਿਖਲ ਸੀ। 3 ਭੈਣਾਂ ਉੱਤੋਂ ਭਰਾ ਜੰਮਿਆ ਸੀ। ਪੂਰੋ ਦੀ ਮਾਂ ਨੂੰ ਡਾਢਾ ਫਿਕਰ ਸੀ ਵੀ ਮੁੰਡਾ ਕਿਵੇਂ ਬਚ ਪਏ ਸਹੀ, ਤੇ ਜੇ ਬਚੇ ਵੀ ਤਾਂ ਮਾਂ ਪਿਓ ਉੱਤੇ ਭਾਰਾ ਨਾ ਹੋਵੇ। ਬਿੱਧ ਮਾਤਾ ਨੂੰ ਮਨਾਉਣ ਵਾਲੀਆਂ ਜਨਾਨੀਆਂ ਫਿਰ ਇੱਕ ਵਾਰੀ ਜੁੜੀਆਂ ਤੇ ਕਹਿੰਦੇ ਵੱਡੇ ਸਾਰੇ ਥਾਲ ਨੂੰ ਵਿੱਚੋਂ ਦੀ ਪਾੜ ਕੇ ਮੁੰਡੇ ਨੂੰ ਉਰਾਰ ਪਾਰ ਲੰਘਾਇਆ। ਨਾਲ ਗਾਉਂਦੀਆਂ ਰਹੀਆਂ, ਤ੍ਰਿਖਲਾਂ ਦੀ ਧਾੜ ਆਈ, ਤ੍ਰਿਖਲਾਂ ਦੀ ਧਾੜ ਆਈ। 3 ਕੁੜੀਆਂ ਦੀ ਧਾੜ ਪਿੱਛੋਂ ਸੁੱਖਾਂ ਨਾਲ ਜੰਮੇ ਮੁੰਡੇ ਦੇ ਸਾਰੇ ਸ਼ਗਨ ਮਨਾ ਕੇ ਹੁਣ ਯਕੀਨ ਹੋ ਗਿਆ ਵੀ ਮੁੰਡਾ ਬਚ ਨਿਕਲੇਗਾ। 15ਵੇਂ ਉੱਠਦੇ ਵਰ੍ਹੇ ਦੇ ਨਾਲ ਪੂਰੋ ਦੇ ਅੰਗ ਨੂੰ ਇੱਕ ਹੁਲਾਰ ਆ ਗਿਆ ਸੀ। ਪਿਛਲੇ ਵਰ੍ਹੇ ਦੀਆਂ ਸਾਰੀਆਂ ਕਮੀਜ਼ਾਂ ਉਹਨੂੰ ਸੌੜੀਆਂ ਹੋ ਪਈਆਂ ਸਨ। ਨਾਲ ਦੀ ਮੰਡੀਓਂ ਉਹਨੇ ਫੁੱਲਾਂ ਵਾਲੀ ਛੀਟ ਦੇ ਨਵੇਂ ਝੱਗੇ ਸੁਆਏ, ਚੁੰਨੀਆਂ ਨੂੰ ਕਿੰਨਾ ਅਬਰਕ ਲਾ ਕੇ ਬਣਾਇਆ। ਪੂਰੋ ਦੀਆਂ ਸਹੇਲੀਆਂ ਨੇ ਉਹਨੂੰ ਦੂਰੋਂ ਹੀ ਉਹਦਾ ਮੰਗੇਤਰ ਰਾਮਚੰਦ ਵਿਖਾ ਛੱਡਿਆ ਸੀ। ਉਹਦੀਆਂ ਅੱਖਾਂ 'ਚ ਉਹਦੀ ਨੁਹਾਰ ਸਗਵੀਂ ਦੀ ਸਗਵੀਂ ਲੈ ਗਈ ਸੀ ਤੇ ਉਹਨੂੰ ਸੋਚ ਕੇ ਉਹਦਾ ਮੂੰਹ ਲਾਲ ਹੋ ਜਾਂਦਾ ਸੀ। ਉਹ ਨਿਸੰਗ ਹੋ ਕੇ ਘੱਟ ਹੀ ਬਾਹਰ ਨਿਕਲ ਸਕਦੀ ਸੀ। ਨਾਲ ਦੇ ਪਿੰਡ ਵਾਲਿਆਂ ਦਾ ਇਸ ਪਿੰਡ 'ਚ ਬਥੇਰਾ ਆਉਣ ਜਾਣ ਸੀ। ਉਹਦੇ ਸਹੁਰੇ ਪਿੰਡ ਵਾਲੇ ਉਹਨੂੰ ਤੱਕ ਲੈਣਗੇ, ਇਸ ਗੱਲੋਂ ਉਹ ਬੜੀ ਤ੍ਰਹਿੰਦੀ ਸੀ। ਨਾਲੇ ਹੁਣੇ ਪਿੰਡ ਵੀ ਬਹੁਤ ਮੁਸਲੱਕਾ ਜਿਹਾ ਹੋ ਗਿਆ ਸੀ। ਉਂਝ ਜ਼ਰਾ ਦਿਨ ਢਲੇ ਉਹ ਤੇ ਉਹਦੀਆਂ ਸਹੇਲੀਆਂ ਪੈਲੀਆਂ ਵੱਲ ਭੌਂ ਚੋਂ ਆਉਂਦੀਆਂ ਸਨ ਤੇ ਕਈ ਵਾਰ ਆਪਣੀਆਂ ਪੈਲੀਆਂ ਕੋਲੋਂ ਦੀ ਹੁੰਦੀ ਕੱਚੀ ਸੜਕ ਦੇ ਕੋਲ ਵਾਰ ਉਹ ਅਟਕ ਰਹਿੰਦੀ। ਕਦੇ ਕੋਈ ਸਾਗ ਚੁਣਨ ਬਹਿ ਜਾਂਦੀ, ਕਦੀ ਕਿਸੇ ਬੇਰੀ ਕੋਲ ਅੜ ਖਲੋਂਦੀ, ਬੇਰ ਢਾਂਦੀ ਤੇ ਚੁਣਦੀ ਤੇ ਸਹੇਲੀਆਂ ਨੂੰ ਗੱਲੀਂ ਕੱਥੀ ਲਾਈ ਰੱਖਦੀ। ਉਹ ਸੜਕ ਉਹਦੇ ਹੋਣ ਵਾਲੇ ਸਹੁਰਿਆਂ ਨੂੰ ਜਾਂਦੀ ਸੀ। ਮਨ ਹੀ ਮਨ ਉਹ ਸੋਚਦੀ, ਕਦੇ ਜੇ ਭਲਾ ਉਹਦਾ ਮੰਗੇਤਰ ਅੱਜ ਇੱਥੋਂ ਦੀ ਲੰਘ ਪਵੇ, ਉਹ ਲੰਘਦੇ ਜਾਂਦੇ ਨੂੰ ਇੱਕ ਵਾਰੀ ਤੱਕ ਲਵੇ। ਉਹਦਾ ਦਿਲ ਉਸ ਸੜਕ ਦੇ ਕੰਢੇ ਖਲੋ ਕੇ ਧੜਕ ਪੈਂਦਾ। ਫਿਰ ਸਾਰੀ ਰਾਤ ਉਹ ਆਪਣਾ ਜਵਾਨ ਮੰਗੇਤਰ ਦੇ ਸੁਪਨਿਆਂ ਨਾਲ ਲੱਗੀ ਰਹਿੰਦੀ। ਇੱਕ ਦਿਹਾੜੇ ਪੂਰੋ ਨੂੰ ਉਹਦੀ ਨਵੀਂ ਜੁੱਤੀ ਅੱਡੀ ਕੋਲੋਂ ਡਾਢੀ ਲੱਗਦੀ ਸੀ। ਸਹੇਲੀਆਂ ਦੇ ਨਾਲ ਤੁਰਦੀ ਵੀ ਪਿੱਛੇ ਰਹਿ ਜਾਂਦੀ ਸੀ। ਉਹ ਤੇ ਉਹਦੀਆਂ ਸਹੇਲੀਆਂ ਪੈਲੀਆਂ ਤੋਂ ਹੋ ਕੇ ਘਰਾਂ ਨੂੰ ਪਈਆਂ ਮੁੜਦੀਆਂ ਸਨ। ਸੰਝ ਦਾ ਹਨੇਰਾ ਪੰਘਰੇ ਹੋਏ ਸਿੱਕੇ ਵਾਕਰ ਖਿੱਲਰ ਪਿਆ ਸੀ। ਖੇਤਾਂ ਦੀ ਵੱਟੋ ਵੱਟ ਤੁਰਦੀਆਂ ਕੁੜੀਆਂ ਪਿੰਡ ਦੀ ਡੰਡੀ 'ਤੇ ਪੈ ਗਈਆਂ ਸਨ। ਕਦੇ ਉਹ ਡੰਡੀ ਚੌੜੀ ਤੇ ਖਾਲਮ ਖਾਲੀ ਜ਼ਮੀਨ ਉੱਤੋਂ ਨਿਸੰਗ ਹੋ ਕੇ ਲੰਘਦੀ ਸੀ, ਕਦੇ ਕੁਝ ਰੁੱਖਾਂ ਪਿੱਪਲਾਂ ਤੇ ਝਾੜੀਆਂ ਦੇ ਨਾਲ ਉਹਨਾਂ ਦੀ ਬਾਂਹ ਫੜ ਕੇ ਅੱਗੇ ਵੱਧਦੀ ਸੀ। ਸਭੇ ਕੁੜੀਆਂ ਅੱਗੜ ਪਿੱਛੜ ਆਪਣੀ ਡੰਡੀ 'ਤੇ ਪਈਆਂ ਸਨ। ਪੂਰੋ ਜ਼ਰਾ ਪਛੇਤੇ ਰਹਿ ਗਈ ਸੀ। ਸੱਜੇ ਪੈਰ ਦੀ ਅੱਡੀ ਕੋਲ ਇੱਕ ਵੱਡਾ ਸਾਰਾ ਛਾਲਾ ਉਹਨੂੰ ਉੱਭਰ ਪਿਆ ਸੀ। ਉਹਨੇ ਤੰਗ ਜੁੱਤੀ ਦੇ ਦੋਵੇਂ ਪੈਰ ਲਾ ਕੇ ਹੱਥਾਂ 'ਚ ਫੜ ਲਏ ਤੇ ਪੈਰ ਝਪਦੇ ਪੁੱਟਣ ਲੱਗੀ। ਕੁੜੀਆਂ ਪੂਰੋ ਨੂੰ ਆਂਦੀਆਂ ਹੁੰਦੀਆਂ ਸਨ ਕਿ ਉਹਦਾ ਸੱਜਾ ਪੈਰ ਖੱਬੇ ਨਾਲੋਂ ਭਾਰਾ ਸੀ। ਉਹਨੂੰ ਸੱਜੇ ਪੈਰ ਜੁੱਤੀ ਲੱਗਦੀ ਸੀ, ਇਸੇ ਤਰ੍ਹਾਂ ਉਹਦਾ ਸੱਜਾ ਹੱਥ ਵੀ ਖੱਬੇ ਹੱਥ ਨਾਲੋਂ ਭਾਰਾ ਸੀ। ਮੱਲਾ ਜੀ ਚੂੜਾ ਚੜੇਨ ਲੱਗਿਆ ਪਤਾ ਲੱਗੇਗਾ, ਉਹਨੂੰ ਕੁੜੀਆਂ ਛੇੜਦੀਆਂ ਸਨ। ਹੁਣ ਉਹਦੀਆਂ ਅੱਖਾਂ ਅੱਗੇ ਆ ਗਿਆ ਵੀ ਜਿਵੇਂ ਸੁੱਚੇ ਦੰਦ ਦੀਆਂ ਲਾਲ ਚੂੜੀਆਂ ਉਹਦੀਆਂ ਬਾਹਾਂ ਵਿੱਚ ਪਏ ਚੜਾਉਂਦੇ ਨੇ ਤੇ ਪਿਛਲੀਆਂ ਮੋਕਲੀਆਂ ਚੂੜੀਆਂ ਪਾਉਣ ਤੋਂ ਮਗਰੋਂ ਅਗਲੀਆਂ ਛੋਟੀਆਂ ਚੂੜੀਆਂ ਪੂਰੋ ਦੇ ਸੱਜੇ ਹੱਥ 'ਚ ਫਸ ਗਈਆਂ ਨੇ। ਨਾਈ ਨੇ ਤੇਲ ਨਾਲ ਉਹਦੇ ਅੰਗੂਠੇ ਦੀ ਹੱਡੀ ਨੂੰ ਮਲਿਆ ਤੇ ਫਿਰ ਜੋਰੀ ਕੀਤੀ। ਦੰਦ ਖੰਡ ਦੀ ਲਾਲ ਚੂੜੀ ਨੂੰ ਉਹਦੀ ਬਾਂਹ ਵੱਲ ਧੱਕਣ ਲੱਗਾ। ਪੂਰੋ ਨੂੰ ਖਿਆਲ ਆਇਆ, ਜੇ ਭਲਾ ਉਹਦੀ ਦੰਦ ਦੀ ਲਾਲ ਚੂੜੀ ਉਹਦੇ ਸੱਜੇ ਹੱਥ 'ਚ ਟੁੱਟ ਪਵੇ ਤੇ ਉਹਦੇ ਕਲੇਜੇ 'ਚ ਇੱਕ ਧੱਕਾ ਵੱਜਾ। ਹਾਏ, ਇਹ ਸ਼ਗਨ ਕਿੱਡਾ ਭੈੜਾ ਸੀ।
ਉਹਦੀ ਸ਼ਗਨਾਂ ਦੀ ਚੂੜੀ, ਉਹਦੇ ਸੁਹਾਗ ਦੀ ਚੂੜੀ ਕਿਉਂ ਉਹਦੇ ਹੱਥਾਂ 'ਚ ਟੁੱਟੇ? ਪੂਰੋ ਨੇ ਆਪਣੇ ਸੱਜੇ ਹੱਥ ਨੂੰ ਇੱਕ ਫਿਟਕਾਰ ਨਾਲ ਤੱਕਿਆ। ਸਾਈਆਂ, ਉਹਦਾ ਮੰਗੇਤਰ ਜੁਗ ਜੁਗ ਜੀਵੇ, ਲੱਖ ਸੈਵਰਿਆਂ ਜੀਵੇ, ਉਹ ਚਿਤਵਣ ਲੱਗੀ। ਫਿਰ ਉਹਨੂੰ ਯਾਦ ਆਇਆ, ਉਹਨਾਂ ਦੇ ਪਿੰਡ ਇੱਕ ਚੂੜਾ ਚੜਾਉਂਦੀ ਕੁੜੀ ਦੀ ਚੂੜੀ ਸੱਚਮੁੱਚ ਟੁੱਟ ਗਈ ਸੀ। ਕੋਲ ਖਲੋਤੀਆਂ ਜਨਾਨੀਆਂ ਰਾਮ ਰਾਮ ਕਹਿ ਕੇ ਰੱਬ ਕੋਲੋਂ ਉਹਦੇ ਪਤੀ ਦੀ ਖੈਰ ਮੰਗਣ ਲੱਗ ਪਈਆਂ ਸਨ। ਫਿਰ ਸੁਨਿਆਰੇ ਕੋਲੋਂ ਪਤਲੀ ਜਿਹੀ ਸੋਨੇ ਦੀ ਤਾਰ ਉਸ ਟੁੱਟੀ ਹੋਈ ਚੂੜੀ 'ਚ ਪੁਰਵਾ ਕੇ ਉਸ ਕੁੜੀ ਨੂੰ ਫਿਰ ਉਹੀ ਚੂੜੀ ਚੜ੍ਹਾਈ ਸੀ ਜਿਵੇਂ ਕਿ ਉਹਦੇ ਪਤੀ ਦੀ ਉਹਨਾਂ ਨੇ ਟੁੱਟੀ ਗੰਢ ਲਈ ਸੀ। ਪੂਰੋ ਇਹਨਾਂ ਸ਼ਗਨਾਂ ਕੁਸ਼ਗਨਾਂ ਦੇ ਵਿਚਾਰ 'ਚ ਫਸੀ ਹੋਈ ਸੀ ਕਿ ਖੱਬੇ ਪਾਸੇ ਦੇ ਪਿੱਪਲ ਓਹਲਿਓਂ ਇੱਕ ਬੰਦਾ ਨਿਕਲ ਕੇ ਉਹਦੇ ਸਾਹਮਣੇ ਖਲੋ ਗਿਆ। ਪੂਰੋ ਦਾ ਕਲੇਜਾ ਠੈਂ ਕਰਕੇ ਵੱਜਾ। ਉਹਨੇ ਝੱਟ ਦੇਣੀ ਤੱਕਿਆ। ਉਹਨਾਂ ਦੇ ਪਿੰਡ ਦਾ ਜਵਾਨ ਮੁੰਡਾ ਰਸ਼ੀਦਾ ਉਹਦੇ ਮੂਹਰੇ ਖਲੋਤਾ ਸੀ। ਰਸ਼ੀਦੇ ਨੂੰ ਖੌਰੇ 22ਵਾਂ 24ਵਾਂ ਵਰ੍ਹਾ ਹੋਣਾ। ਉਹਦੀ ਭਰੀ ਜਵਾਨੀ ਉਹਦੇ ਮੂੰਹ 'ਤੇ ਖੌਰੂ ਵੀ ਪਾਉਂਦੀ ਸੀ। ਪੂਰੋ ਨੇ ਤੱਕਿਆ, ਰਸ਼ੀਦੇ ਦੀਆਂ ਦੋਵੇਂ ਅੱਖਾਂ ਉਹਦੇ ਮੂੰਹ 'ਤੇ ਪਾਟ ਪਾਟ ਪੈਂਦੀਆਂ ਸਨ। ਉਹ ਕੰਬੀ, ਉਹਦੇ ਮੂੰਹ ਹਲਕੀ ਜਿਹੀ ਚੀਕ ਨਿਕਲੀ ਅਤੇ ਉਹ ਰਸ਼ੀਦੇ ਦਾ ਪਾਸਾ ਬਚਾ ਕੇ ਭੱਜ ਖਲੋਤੀ। ਉਹ ਭੱਜਦੀ ਭੱਜਦੀ ਕੁੜੀਆਂ ਦੇ ਸੰਗ 'ਚ ਜਾ ਰਲੀ। ਹੁਣ ਉਹ ਆਪਣੇ ਘਰਾਂ ਦੀਆਂ ਮੁਹੱਠਾਂ ਕੋਲ ਅੱਪੜ ਪਈਆਂ ਸਨ। ਉਹਦਾ ਸਾਹ 'ਚ ਸਾਹ ਨਹੀਂ ਸੀ ਰਲਦਾ। ਇੰਨਾ ਹੀ ਸ਼ੁਕਰ ਸੀ ਰਸ਼ੀਦੇ ਨੇ ਉਹਨੂੰ ਹੱਥ ਨਾ ਲਾਇਆ। ਰਸ਼ੀਦੇ ਨੇ ਉਹਨੂੰ ਮੂੰਹੋਂ ਕੁਝ ਨਾ ਕਿਹਾ। ਨਹੀਂ ਮੁੰਡਾ ਸੀ ਕਿ ਸ਼ੀਂਹ ਸੀ? ਸਹੇਲੀਆਂ ਨੇ ਉਹਨੂੰ ਮਖੌਲ ਕੀਤਾ, ਪਰ ਪੂਰੋ ਦੀ ਅਜੇ ਵੀ ਜਾਨ 'ਚ ਜਾਨ ਨਹੀਂ ਸੀ ਆਉਂਦੀ ਪਈ। ਨਹੀਂ ਭੈੜੀਏ, ਸ਼ੀਂਹ ਤੇ ਨਿਰਾ ਪਾੜ ਹੀ ਖਾਂਦਾ ਹੈ। ਆਂਦੇ ਨੇ ਜੇ ਰਿੱਛ ਕਿਸੇ ਕੱਲੀ ਕਾਰੀ ਜਨਾਨੀ ਨੂੰ ਮਿਲ ਪਵੇ ਤਾਂ ਉਹਨੂੰ ਮਾਰਦਾ ਨਹੀਂ, ਚੁੱਕ ਖੜਦਾ, ਆਪਣੀ ਗੁਫਾ 'ਚ ਲਿਜਾ ਕੇ ਉਹਨੂੰ ਆਪਣੀ ਤ੍ਰੀਮਤ ਬਣਾ ਲੈਂਦਾ। ਸਹੇਲੀਆਂ ਵਿੱਚੋਂ ਇੱਕ ਨੇ ਗੱਲ ਸੁਣਾਈ। ਪੂਰੋ ਦੀ ਜਾਨ ਫਿਰ ਮੁੱਠੀ ਵਿੱਚ ਦੱਬ ਘੱਤੀ। ਹਾਏ, ਉਸ ਕਰਮਾ ਸੜੀ ਦਾ ਹਾਲ ਕੀ ਹੋਵੇ ਜਿਹਨੂੰ ਰਿੱਛ ਆਪਣੀ ਜਨਾਨੀ ਬਣਾ ਲਵੇ। ਸੋਚ ਸੋਚ ਕੇ ਉਹਦਾ ਰੰਗ ਉੱਡਣ ਲੱਗ ਪਿਆ। ਉਹਨੂੰ ਫਿਰ ਰਸ਼ੀਦੇ ਦੀਆਂ ਫੈਲੀਆਂ ਫੈਲੀਆਂ ਅੱਖਾਂ ਯਾਦ ਆ ਗਈਆਂ। ਹੁਣ ਪੂਰੋ ਆਪਣੇ ਘਰ ਅੱਪੜ ਪਈ ਸੀ। ਸਹੇਲੀਆਂ ਹੱਸਦੀਆਂ ਖੇਡਦੀਆਂ ਅੱਗੇ ਲੰਘ ਗਈਆਂ। ਉਸ ਤੋਂ ਦੂਜੇ ਦਿਨ ਜਦੋਂ ਉਹ ਤੇ ਉਹਦੀਆਂ ਸਾਥਣਾਂ ਪੈਲੀਆਂ 'ਚੋਂ ਮੋਂਗਰੇ ਪਈਆਂ ਤੋੜਦੀਆਂ ਸਨ, ਛੋਲੀ ਜੀ ਉਹਨੇ 2 ਮੁੱਠਾਂ ਮੋਂਗਰੇ ਕੋਲ ਵਗਦੇ ਖੂਹ ਤੋਂ ਧੋ ਆਂਦੇ। ਨਿੱਕੇ ਮੋਂਗਰਿਆਂ ਦੀਆਂ ਡੰਡੀਆਂ ਤੋੜ ਕੇ ਉਹਨੇ 3-4 ਮੋਂਗਰੇ ਆਪਣੇ ਮੂੰਹ 'ਚ ਪਾ ਲਏ। ਜਿਉਂ ਹੀ ਉਹਨੇ ਤੱਕਿਆ, ਲਾਗਲੇ ਰੁੱਖ ਕੋਲ ਰਸ਼ੀਦਾ ਖਲੋਤਾ ਹੋਇਆ ਸੀ। ਪੂਰੋ ਦੀਆਂ ਲੱਤਾਂ 'ਚ ਜਿਵੇਂ ਕਿਸੇ ਨੇ ਜਾਨ ਹੀ ਧਰੂ ਲਈ ਹੋਵੇ। ਡਰ ਉਹਦੇ ਮੂੰਹ ਤੋਂ ਲਮਕ ਲਮਕ ਪੈਂਦਾ ਸੀ। ਸੋਹਣਿਓ, ਡਰਦੇ ਕਿਉਂ? ਅਸੀਂ ਤੇ ਤੁਹਾਡੇ ਚਾਕਰ ਹਾਂ, ਅੱਜ ਰਸ਼ੀਦਾ ਬੋਲ ਪਿਆ ਸੀ। ਰਸ਼ੀਦੇ ਦੇ ਮੂੰਹ ਉੱਤੋਂ ਇੱਲਤ ਪਈ ਝਾਕਦੀ ਸੀ। ਪੂਰੋ ਨੂੰ ਇੰਝ ਹੀ ਲੱਗਾ ਜਿਵੇਂ ਹੁਣੇ ਰਸ਼ੀਦਾ ਰਿੱਛ ਦੇ ਚੌੜੇ ਪੰਜੇ ਵਾਂਗ ਉਹਦੇ ਮੂੰਹ 'ਤੇ ਉੱਲਰ ਪਏਗਾ। ਉਹਦੀਆਂ ਲੰਮੀਆਂ ਲੰਮੀਆਂ ਉਂਗਲਾਂ ਰਿੱਛ ਦੇ ਨਹੁੰ ਵਾਂਗ ਉਹਦੇ ਗਲ ਦੁਆਲੇ ਫੈਲ ਜਾਣਗੀਆਂ। ਫਿਰ ਉਹਨੂੰ ਧਰੂੰਦਾ ਜਾਏਗਾ ਅਤੇ ਫਿਰ ਕਰਮਾਂ ਨੂੰ ਉਹਨੇ ਤੱਕਿਆ। ਸਾਹਮਣੇ 2 ਕੰਮੀ ਪਏ ਲੱਗੇ ਆਉਂਦੇ ਸਨ। ਰਸ਼ੀਦਾ ਉਂਝੇ ਦਾ ਉਂਝਾ ਖਲੋਤੇ ਹੋਇਆ ਸੀ। ਉਹ ਲਾਲ ਟਮਾਟਰਾਂ ਨਾਲ ਭਰੀ ਕਿਆਰੀ ਦੇ ਉੱਤੋਂ ਛਲਾਂਗ ਮਾਰ ਕੇ ਤਿਰਖੇ ਤਿਰਖੇ ਪੈਰ ਸੁੱਟਦੀ ਸਹੇਲੀਆਂ 'ਚ ਜਾ ਮਿਲੀ। ਉਸ ਦਿਨ ਉਹ ਡਾਢੀ ਨਿਢਾਲ ਜਿਹੀ ਹੋ ਗਈ। ਸਾਰਾ ਰਾਹ ਕੁੜੀਆਂ ਦਾ ਹੱਥ ਫੜ ਫੜ ਕੇ ਤੁਰਦੀ ਰਹੀ। ਪਰਛਾਵਿਆਂ ਤੋਂ ਵੀ ਕੰਬ ਕੰਬ ਪੈਂਦੀ ਰਹੀ। ਨਿੱਕੇ ਨਿੱਕੇ ਖੜਾਕਾਂ ਤੋਂ ਵੀ ਤਰਹਿ ਤਰਹਿ ਉੱਠਦੀ ਰਹੀ। ਉਹਨੇ ਨਾ ਕੁਝ ਮਾਂ ਨੂੰ ਦੱਸਿਆ, ਨਾ ਕੁਝ ਪਿਓ ਨੂੰ। ਉਹਦੀਆਂ ਸਹੇਲੀਆਂ ਕਹਿੰਦੀਆਂ ਸਨ, ਭਲਾ ਇਹ ਵੀ ਕੋਈ ਗੱਲ ਏ ਮਾਵਾਂ ਪਿਓਆਂ ਨਾਲ ਕਰਨ ਵਾਲੀ? ਜਵਾਨ ਜਹਾਨ ਕੁੜੀਆਂ ਨੂੰ ਰਾਹ ਜਾਂਦੇ ਸ਼ੋਧੇ ਤੱਕਦੇ ਝਾਕਦੇ ਆਏ ਨੇ। ਮੂੰਹ ਜ਼ਬਾਨੀ ਕਦੇ ਉਹਨਾਂ ਦੇ ਗੁਲਾਮ ਬਣਦੇ, ਕਦੇ ਉਹਨਾਂ ਦੇ ਚਾਕਰ ਸਦੀਂਦੇ, ਅੱਲੜ ਪੱਲੜ ਬੋਲਦੇ ਹੀ ਆਏ ਨੇ। ਬੋਲੀ ਜਾਣ, ਭੌਂਕੀ ਜਾਣ। ਭਲਾ ਕੋਈ ਕੁੱਤਿਆਂ ਦੇ ਭੌਂਕਣ ਤੋਂ ਡਰ ਕੇ ਸੜਕਾਂ ਉੱਤੇ ਤੁਰਨੋਂ ਛੱਡ ਦਿੰਦਾ ਹੈ? ਉਸ ਦਿਹਾੜੇ ਉਹਨਾਂ ਦੇ ਪਿੰਡ 'ਚ ਇੱਕ 6-7 ਵਰ੍ਹਿਆਂ ਦੇ ਜਾਤਕ ਨੂੰ ਇੱਕ ਹਲਕੇ ਕੁੱਤੇ ਨੇ ਕੱਟ ਖਾਧਾ। ਗਲੀ ਮਹੱਲੇ ਦੀਆਂ ਤ੍ਰੀਮਤਾਂ ਨੇ ਰਲ ਕੇ ਮੁੰਡੇ ਦੇ ਜ਼ਖਮ ਉੱਤੇ ਲਾਲ ਮਿਰਚਾਂ ਬੱਧੀਆਂ। ਮਿਰਚਾਂ ਦੀ ਕੜੱਤਣ ਨਾਲ ਕੁੱਤੇ ਦੇ ਦੰਦਾਂ ਦਾ ਜ਼ਹਿਰ ਸੜ ਜਾਣਾ ਸੀ। ਪੂਰੋ ਨੇ ਇਹ ਖਬਰ ਸੁਣੀ। ਪੈਂਦੀ ਸੱਟੇ ਉਹਦੇ ਦਿਲ 'ਚ ਖਿਆਲ ਆਇਆ ਕਿ ਸੂਈਆਂ ਮਿਰਚਾਂ ਕੁੱਟ ਕੇ ਰਸ਼ੀਦੇ ਦੀਆਂ ਅੱਖਾਂ 'ਚ ਭਰ ਦੇਵੇ। ਰਸ਼ੀਦੇ ਦੀਆਂ ਅੱਖਾਂ ਨੂੰ ਸੋਚ ਸੋਚ ਕੇ ਉਹਨੂੰ ਜ਼ਹਿਰ ਚੜ੍ਹਦਾ। ਸਹੇਲੀਆਂ ਉਹਦੀਆਂ ਬਾਹਾਂ ਧਰੂੰਦੀਆਂ, ਪਰ ਉਹਦਾ ਹਿਆ ਨਹੀਂ ਸੀ ਪੈਂਦਾ ਕਿ ਉਹ ਪੈਲੀਆਂ ਵੱਲ ਜਾਏ। ਨਾਲੇ ਹੁਣ ਉਹਦਾ ਕਾਜ ਨੇੜੇ ਨੇੜੇ ਆਉਂਦਾ ਪਿਆ ਸੀ। ਉਹਦੇ ਪਿਓ ਨੇ ਘਿਓ ਤੇ ਮੈਦਾ ਇਕੱਠਾ ਕਰਕੇ ਅੰਦਰ ਧਰ ਲਿਆ ਸੀ ਅਤੇ ਉਹਦੀ ਮਾਂ ਨੇ ਪੀਲੇ ਪੱਟ ਨਾਲ ਪਰੋਤੇ ਹੋਏ ਬਾਗਾਂ ਨਾਲ ਲੱਕੜੀ ਦਾ ਸੰਦੂਕ ਭਰ ਘੱਤਿਆ ਸੀ। ਸਿਆਮੋਂ ਆਉਂਦੇ ਹੋਏ ਸੁੱਚੇ ਤੇਵਰਾਂ ਦੀਆਂ ਤਹਿਆਂ ਜੋੜ ਕੇ ਉਹਨੇ ਦਾਜ ਵਾਲਾ ਚਿੱਟਾ ਟਰੰਕ ਤੂੜ ਦਿੱਤਾ ਸੀ। ਚੁੰਨੀਆਂ ਵਾਸਤੇ ਨਿੱਕੀ ਬਾਂਕੜੀ ਭੰਨ ਭੰਨ ਕੇ ਉਹਦੇ ਪੋਟੇ ਵੀ ਰਹਿ ਗਏ ਸਨ। ਪਿਛਲੇ ਅੰਦਰ ਦਾ ਮੂੰਹ ਝਮ ਝਮ ਪਿਆ ਕਰਦਾ ਸੀ, ਜਿਹਦੇ 'ਚ
ਉਹਨੇ ਪੂਰੋ ਦੇ ਦਾਜ ਲਈ ਪਿੱਤਲ ਦੇ ਪੂਰੇ 51 ਭਾਂਡੇ ਜੋੜੇ ਸਨ। ਉਹਨਾਂ ਦਿਨਾਂ 'ਚ ਪਿੰਡਾਂ ਅੰਦਰ ਕਰੋਸ਼ੀਏ ਦਾ ਕੰਮ ਬੜਾ ਮਸ਼ਹੂਰ ਸੀ। ਪੂਰੋ ਨੇ ਕਰੋਸ਼ੀਏ ਦੀਆਂ ਟਿੱਕੀਆਂ ਜੋੜ ਕੇ ਪਲੰਗ ਦੀ ਪੂਰੀ ਚਾਦਰ ਬਣਾਈ ਸੀ। ਦਸੂਤੀ ਦੀਆਂ ਤੰਦਾਂ ਗਿਣ ਕੇ ਚਨੁੱਕਰੇ ਫੁੱਲ ਪਾਣੇ ਸਿੱਖੇ ਸਨ ਤੇ ਆਪਣੇ ਹੱਥੀਂ ਆਪਣੇ ਦਾਜ ਲਈ ਡੱਲੂ ਤੇ ਮੂੜੇ ਬਣਾਏ ਸਨ। ਇੱਕ ਦਿਨ ਪਾਲਕ ਦੇ ਕੂਲੇ ਪੱਤਰ ਤੋੜ ਕੇ ਪੂਰੋ ਨੇ ਸਾਗ ਚੀਰਿਆ। ਉਹਦੀ ਮਾਂ ਸੂਤੜੀ ਦੀ ਉਣੀ ਹੋਈ ਪੀੜ੍ਹੀ ਤੇ ਬਹਿ ਕੇ ਆਪਣੇ ਮੁੰਡੇ ਨੂੰ ਦੁੱਧ ਪੀ ਦਿੰਦੀ ਸੀ ਤੇ ਪੂਰੋ ਨੇ ਕਾੜ੍ਹਨੀ ਨੂੰ ਵਾਣ ਦੇ ਛੋਟੇ ਜਿਹੇ ਗੁੱਛੇ ਨਾਲ ਚੰਗੀ ਤਰ੍ਹਾਂ ਕੂਚਿਆ। ਫਿਰ ਸਾਗ ਨੂੰ 2 ਪਾਣੀਆਂ ਨਾਲ ਧੋ ਕੇ ਤੇ ਵਿੱਚ ਛੋਲਿਆਂ ਦੀ ਦਾਲ ਰਲਾ ਕੇ ਕਾੜ੍ਹਨੀ ਨੂੰ ਮੂੰਹ ਭਰ ਦਿੱਤਾ। ਭੜੋਲੀ ਦੀ ਮੱਠੀ ਅੱਗ ਤੇ ਦੁੱਧ ਕੱਢਣਾ ਪਿਆ ਹੋਇਆ ਸੀ ਤੇ ਉਹਨੇ ਚੁੱਲ੍ਹੇ 'ਚ 2-4 ਛੋਡੇ ਲਾ ਕੇ ਸਾਗ 'ਚ ਧਰਿਆ। ਉਹਦਾ ਕਾਜ ਹੁਣ ਉੱਕਾ ਨੇੜੇ ਆ ਗਿਆ ਸੀ। ਉਹਦੀ ਮਾਂ ਨੂੰ ਉਡੀਕ ਸੀ ਭਾਵੇਂ ਅੱਜ ਭਲਕੇ ਉਹਦੇ ਸਹੁਰਿਆਂ ਤੋਂ ਕੋਈ ਮੇਚਾ ਲੈਣੀ ਆ ਜਾਏ। ਉਹਦੀ ਮਾਂ ਕਹਿੰਦੀ ਹੁੰਦੀ ਸੀ ਉਹ ਕਿੱਡੀ ਸੁਨੱਖੀ ਧੀ ਸੀ। ਰੋਟੀ ਟੁੱਕਰ ਤਾਂ ਉਹ ਵਿਹੜੇ 'ਚ ਭੌਂਦੀ ਚਾਹੁੰਦੀ ਕਰ ਛੱਡਦੀ ਸੀ ਤੇ ਉਹਦੀਆਂ ਸਹੇਲੀਆਂ ਆਖਦੀਆਂ ਸਨ ਉਹਨੂੰ ਜਵਾਨੀ ਵੀ ਤਹਾੜ ਕੇ ਚੜ੍ਹੀ ਸੀ। ਉਹਦੇ ਗੋਰੇ ਨਿੱਛੋ ਮੂੰਹ ਤੋਂ ਅੱਖੀਆਂ ਤਿਲਕ ਪੈਂਦੀਆਂ ਸਨ। ਉਹਦੀ ਮਾਂ ਨੇ ਇੱਕ ਹਿਰਸ ਨਾਲ ਉਹਦੇ ਵੱਲ ਤੱਕਿਆ। ਸ਼ਾਇਦ ਉਹ ਸੋਚਦੀ ਸੀ ਕਿ ਉਹ ਹੁਣ ਸਹੁਰੇ ਤੁਰ ਜਾਏਗੀ ਤਾਂ ਉਹਦਾ ਪੇਕਾ ਘਰ ਭਾਂ ਕਰੇਗਾ। ਉਹ ਆਪਣੀ ਮਾਂ ਦੀ ਸੱਜੀ ਬਾਂਹ ਸੀ। ਮਾਂ ਦੀਆਂ ਅੱਖਾਂ 'ਚ ਗਲੇਡੂ ਭਰ ਆਏ। ਹਰ ਇੱਕ ਧੀ ਦੀ ਮਾਂ ਨੂੰ ਰੋਣਾ ਪੈਂਦਾ ਹੈ। ਬੈਠੀ ਉਹਦੀ ਮਾਂ ਗਾਉਣ ਲੱਗ ਪਈ। ਲਾਵੀਂ ਤੇ ਲਾਵੀਂ ਨੀ ਕਲੇਜੇ ਦੇ ਨਾਲ ਮਾਏ, ਦੱਸੀ ਤੇ ਦੱਸੀ ਇੱਕ ਬਾਤ ਨੀ, ਬਾਤਾਂ ਤੇ ਲੰਮੀਆਂ ਨੀ ਧੀਆਂ ਕਿਉਂ ਜੰਮੀਆਂ ਨੀ, ਅੱਜ ਵਿਛੋੜੇ ਵਾਲੀ ਰਾਤ ਨੀ। ਉਹਦੀ ਮਾਂ ਦਾ ਗੱਚ ਡੁੱਲ ਪਿਆ। ਉਹ ਚੌਂਕੇ ਦੇ ਨਿੱਕੇ ਕੰਮ ਸਾਂਭਦੀ ਸਿੱਕਰ ਦੀ ਮਾਂ ਦੀ ਆਵਾਜ਼ ਸੁਣਦੀ ਪਈ ਸੀ। ਉਹਨੂੰ ਵਿਛੋੜੇ ਦਾ ਇੱਕ ਹੌਲ ਪਿਆ। ਉਹਦੀ ਮਾਂ ਅੱਗੋਂ ਫੇਰ ਗਾਉਣ ਲੱਗ ਪਈ। ਚਰਖਾ ਜੋ ਡਾਹਨੀਆਂ ਮੈਂ, ਛੋਪੇ ਜੋ ਪਾਨੀਆਂ ਮੈਂ, ਪੀੜੀਆਂ ਦੇ ਵਾਲੇ ਮੇਰੇ ਖੇਸ ਨੀ, ਪੁੱਤਰਾਂ ਨੂੰ ਦਿੱਤੇ ਉੱਚੇ ਮਹਿਲ ਤੇ ਮਾੜੀਆਂ, ਧੀਆਂ ਨੂੰ ਦਿੱਤਾ ਪਰਦੇਸ ਨੀ। ਉਹ ਭੱਜੀ ਆ ਕੇ ਮਾਂ ਦੇ ਗੋਡੇ ਨਾਲ ਲੱਗ ਗਈ। ਮਾਵਾਂ ਤੇ ਧੀਆਂ ਦੋਵੇਂ ਰੋ ਪਈਆਂ। ਹਰ ਧੀ ਦੀ ਜਵਾਨੀ ਉਹਨੂੰ ਮਾਂ ਦੇ ਕੋਲੋਂ ਨਖੇੜ ਦਿੰਦੀ ਹੈ। ਮਾਂ ਨੇ ਜੀ ਧਰਿਆ, ਧੀ ਦੀ ਕੰਡ ਤੇ ਪਿਆਰ ਦਿੱਤਾ। ਲੋਢੇ ਵੇਲੇ ਦਾ ਹਨੇਰਾ ਉਹਨਾਂ ਦੇ ਵਿਹੜੇ 'ਚ ਵੀ ਉਤਰ ਪਿਆ ਸੀ। ਮਾਂ ਨੂੰ ਯਾਦ ਆਇਆ ਅੱਜ ਦੂਜੇ ਥਾਂ ਚਾੜ੍ਹਨ ਨੂੰ ਘਰ 'ਚ ਕੁਝ ਨਹੀਂ ਸੀ ਤੇ ਖੌਰੇ ਪੂਰੋ ਦੇ ਸਹੁਰਿਓਂ ਕੋਈ ਬੰਦਾ ਆਉਂਦਾ ਹੋਵੇ। ਪੂਰੋ ਨੂੰ ਉਹਦੀ ਮਾਂ ਨੇ ਆਖਿਆ ਕਿ ਨਿੱਕੀ ਭੈਣ ਨੂੰ ਉਂਗਲ ਲਾ ਕੇ ਉਹ ਨਾਲ ਦੇ ਖੇਤਾਂ 'ਚੋਂ 4 ਭਿੰਡੀਆਂ ਹੀ ਤੋੜ ਲਿਆਵੇ ਤੇ ਮਾਂ ਨੇ ਕਿਹਾ ਕਿ ਚੌਲਾਂ ਦੀ ਮੁੱਠ ਤੇ ਗੁੜ ਦੀ ਭੇਲੀ ਪਾ ਕੇ ਮਿੱਠੇ ਚੌਲ ਵੀ ਰਿੰਨ ਛੱਡੇ। ਪੂਰੋ ਦਾ ਦਿਲ ਵੀ ਅੱਜ ਹੁੱਸੜ ਪੈਂਦਾ ਸੀ। ਉਹਨੇ ਆਪਣੀ ਨਿੱਕੀ ਭੈਣ ਨੂੰ ਨਾਲ ਲਿਆ ਤੇ ਬਾਹਰ ਤੁਰ ਪਈ। ਉਹਨੇ ਭਿੰਡੀਆਂ ਤੋੜੀਆਂ, 2-4 ਮੋਂਗਰੇ ਤੋੜੇ ਤੇ ਪਿੱਛਲ ਪੈਰੀ ਨਿੱਕੀ ਭੈਣ ਨੂੰ ਲੈ ਕੇ ਘਰ ਵੱਲ ਪਰਤ ਪਈ। ਜਾਂਦੀ ਵਾਰੀ ਉਹਨੂੰ ਸਿਰਫ ਇਹ ਖਿਆਲ ਹੀ ਆਉਂਦਾ ਰਿਹਾ ਸੀ ਕਿ ਹੁਣ ਉਹ ਆਪਣੀ ਮਾਂ ਨਾਲੋਂ ਨਿੱਖੜ ਜਾਏਗੀ, ਆਪਣੀਆਂ ਭੈਣਾਂ ਨਾਲੋਂ ਵਿਛੜ ਜਾਏਗੀ, ਆਪਣੇ ਨਵੇਂ ਜੰਮੇ ਵੀਰ ਕੋਲੋਂ ਦੂਰ ਤੁਰ ਜਾਏਗੀ। ਆਉਂਦੀ ਵਾਰੀ ਉਹਨੂੰ ਜਿਵੇਂ ਕੋਈ ਧੱਕਾ ਵੱਜਦਾ ਇੱਕ ਖਿਆਲ ਆਇਆ, ਜਾ ਜਾਂਦੀ ਏ ਭਾਵੇਂ ਇੱਥੇ ਰਸ਼ੀਦਾ ਹੀ ਮਿਲ ਪਵੇ। ਉਹਨੇ ਪਰ ਤ੍ਰਿਖੇ ਕਰ ਦਿੱਤੇ। ਪੂਰੋ ਨੱਸਣੀ ਕਿਉਂ ਪਈ ਏ? ਉਹਦੀ ਨਿੱਕੀ ਭੈਣ ਨੂੰ ਸਾਹ ਚੜ੍ਹਿਆ ਆਇਆ ਸੀ। ਪੂਰੋ ਦੀ ਪਿੱਠ ਵੱਲੋਂ ਭੱਜਦੀ ਇੱਕ ਘੋੜੀ ਆਈ। ਉਹ ਅਜੇ ਡੰਡੀ ਤੋਂ ਇੱਕ ਪਾਸੇ ਵੀ ਨਹੀਂ ਸੀ ਲੱਥੀ ਕਿ ਖਬਰ ਨਹੀਂ ਘੋੜੀ ਦਾ ਸਵਾਰ ਪੂਰੋ ਦੇ ਸੱਜੇ ਮੋਢੇ ਨਾਲ ਵੱਜਾ। ਪੂਰੋ ਜਿਵੇਂ ਉੱਕਾ ਪੁੱਕਾ ਡਿੱਗਣ ਹੀ ਲੱਗੀ ਸੀ ਕਿ ਉਹਨੂੰ ਕਿਸੇ ਮੋਢੇ ਤੋਂ ਧਰੂ ਕੇ ਘੋੜੀ ਉੱਤੇ ਸੁੱਟ ਲਿਆ। ਉਹਦੀਆਂ ਚੀਕਾਂ ਉੱਡਦੀ ਹੋਈ ਘੋੜੀ ਨਾਲ ਪਲੀ ਦੂਰ ਚਲੀਆਂ ਗਈਆਂ। ਉਹਦੀ ਭੈਣ ਕੰਬਦੀ ਰਹਿ ਗਈ। ਪਤਾ ਨਹੀਂ ਉਹ ਘੋੜੀ ਕਿੱਥੋਂ ਆਈ ਸੀ, ਪਤਾ ਨਹੀਂ ਉਹਦਾ ਸਵਾਰ ਕੌਣ ਸੀ, ਪਤਾ ਨਹੀਂ ਘੋੜੀ ਕਿੰਨੇ ਕੁ ਚਿਰ ਭੱਜਦੀ ਰਹੀ। ਪੂਰੋ ਬੇਸੁਰਤ ਹੋ ਗਈ। ਉਹਨੂੰ ਜਦੋਂ ਹੋਸ਼ ਆਈ ਉਹ 4 ਕੰਧਾਂ ਦੇ ਬੰਦ ਬੂਹੇ ਵਾਲੇ ਇੱਕ ਕੋਠੇ 'ਚ ਮੰਜੀ 'ਤੇ ਪਈ ਸੀ। ਉਹਨੂੰ ਸਭੋ ਕੁਝ ਯਾਦ ਆਇਆ। ਉਹਨੇ ਕੰਧਾਂ ਨਾਲ ਮੱਥਾ ਭੰਨਿਆ, ਉਹਨੇ ਬੂਹੇ ਨਾਲ ਮੱਥਾ ਭੰਨਿਆ। ਹਾਰ ਹੁੱਟੀ ਉਹ ਮੰਜੀ 'ਤੇ ਢਹਿ ਪਈ, ਫਿਰ ਬੇਸੁਰਤ ਹੋ ਗਈ। ਉਹਨੂੰ ਜਦੋਂ ਸੁਰਤ ਆਈ ਕੋਈ ਉਹਦੇ ਸਿਰ 'ਤੇ ਤੱਤਾ ਘਿਓ ਪਿਆ ਝੱਸਦਾ ਸੀ। ਉਹਨੂੰ ਇੱਕ ਵਾਰ ਤਾਂ ਖਿਆਲ ਆਇਆ ਖੌਰੇ ਉਹਦੀ ਮਾਂ ਉਹਦੀ ਸਿਰਹਾਂਦੀ ਬੈਠੀ ਹੋਈ ਸੀ ਤੇ ਉਹਨੂੰ ਪੰਜੇ ਭੱਠ ਬੁਖਾਰ ਚੜ੍ਹਿਆ ਸੀ। ਮਾਂ ਨਹੀਂ, ਉਹਦੇ ਮੂੰਹੋਂ ਨਿਕਲਿਆ, ਮੇਰੀ ਕੀਤੀ ਮਾਫ਼ ਕਰ ਦੇ, ਇੱਕ ਵਾਰੀ ਸੁਰਤ ਕਰ ਪੂਰੋ, ਕਿਸੇ ਸਿਰਹਾਂਦੀ ਵੱਲੋਂ ਆਖਿਆ। ਤਾਪ ਨਾਲ ਹੋਂਗਦੀ ਪੂਰੋ ਨੇ ਸਿਰ ਚੁੱਕ ਕੇ ਵੇਖਿਆ। ਰਸ਼ੀਦਾ ਉਹਦੀ ਸਿਰਹਾਂਦੀ ਬੈਠਾ ਸੀ। ਪੂਰੋ ਦੀ ਇੱਕੋ ਚੀਕ ਨਿਕਲੀ ਤੇ ਉਹ ਗਸ਼ ਖਾ ਗਈ। ਧੰਨਵਾਦ।